ਮੌਜੂਦਾ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਅੱਜ ਕੱਲ੍ਹ ਜਿਹੜਾ ਪੀਟੀ ਦੀ ਹਕੂਮਤ ਨੂੰ ਕਿਵੇਂ ਵੇਖਦੇ ਪਏ ਹੋ? ਦੇਖੋ ਜੀ, ਇਮਰਾਨ ਖਾਨ ਸਾਹਿਬ ਜਿਹੜੇ ਨੇ ਇਸ ਮੁਲਕ ਦੀ ਖੁਸ਼ਕਿਸਮਤੀ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਇੱਕ ਇਹੋ ਜਿਹਾ ਬੰਦਾ ਦਿੱਤਾ ਹੈ ਜਿਹੜਾ ਇਸ ਮੁਲਕ ਨਾਲ, ਇਸ ਧਰਤੀ ਨਾਲ, ਇਸ ਆਵਾਮ ਨਾਲ ਲਾਇਲ ਮੁਹੱਬਤ ਕਰਦਾ, ਔਰ ਉਹਦੇ ਬਦਤਰੀਨ ਮੁਖਾਲਫ ਵੀ ਇਹ ਗੱਲ ਤਸਲੀਮ ਕਰਨ ਵਾਸਤੇ ਤਿਆਰ ਨੇ ਕਿ ਇਹ ਬੰਦਾ ਦਲੇਰ ਵੀ ਹੈ, ਇਹ ਬੰਦਾ ਇਮਾਨਦਾਰ ਵੀ ਹੈ। ਇਸ ਤੋਂ ਪਹਿਲਾਂ ਜੋ ਕੁਝ ਇਸ ਮੁਲਕ ਨਾਲ ਕੀਤਾ ਇਹਨਾਂ ਲੋਕਾਂ ਨਾਲ ਮੀਡੀਆ 24 ਘੰਟੇ ਦੱਸਦਾ ਹੈ, ਔਰ ਲੋਕਾਂ ਨੂੰ ਅੱਛੀ ਤਰ੍ਹਾਂ ਪਤਾ ਲੱਗ ਗਿਆ, ਲੋਕਾਂ ਨੂੰ ਇਸ ਗੱਲ ਦਾ ਅੱਛੀ ਤਰ੍ਹਾਂ ਇਲਮ ਹੋ ਗਿਆ ਕਿ ਇਸ ਮੁਲਕ ਨਾਲ, ਇਸ ਧਰਤੀ ਨਾਲ ਕੌਣ ਪਿਆਰ ਕਰਦਾ। ਇਮਰਾਨ ਖਾਨ ਇੱਕ ਵਿਜ਼ਨ ਲੈ ਕੇ ਆਇਆ, ਇੱਕ ਸੋਚ ਲੈ ਕੇ ਆਇਆ, ਲੇਕਿਨ ਉਹਨੂੰ ਇਹ ਨਹੀਂ ਸੀ ਪਤਾ, ਖਾਨ ਸਾਹਿਬ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਸ ਮੁਲਕ ਦਾ ਹਾਲ ਇਹਨਾਂ ਲੋਕਾਂ ਨੇ, ਸਿਆਸਤਦਾਨਾਂ ਨੇ ਕੀ ਕਰਤਾ। ਕੋਸ਼ਿਸ਼ ਉਹ ਕਰ ਰਿਹਾ, ਇਨਸ਼ਾ ਤਾਲਾ ਅੱਲਾਹ ਤਾਲਾ ਨੂੰ ਜ਼ਿੰਦਗੀ ਦੇ, ਸਿਹਤ ਦੇ, ਅਸੀਂ ਉਹਦੇ ਵਾਸਤੇ ਦੁਆ ਗੋ ਹਾਂ, ਅੱਲਾਹ ਤਾਲਾ ਨੂੰ ਮੌਕਾ ਦੇ, ਇਨਸ਼ਾ ਤਾਲਾ ਇਸ ਮੁਲਕ ਦੇ ਮਾਮਲਾਤ ਬਿਹਤਰ ਕਰੇਗਾ ਬੰਦਾ। ਬਹੁਤ ਸਾਰੀਆਂ ਉਮੀਦਾਂ ਨੇ ਲੋਕਾਂ ਨੂੰ, ਔਰ ਜਿੰਨਾ ਵੀ ਸਾਡਾ ਪੜ੍ਹਿਆ ਲਿਖਿਆ ਤਬਕਾ, ਜਿੰਨੇ ਸਮਝਦਾਰ ਲੋਕ ਨੇ, ਉਹ ਲੋਕ ਉਹਨੂੰ ਪਸੰਦ ਕਰਦੇ ਨੇ, ਉਹਦੇ ਅੱਛੇ ਕੰਮ ਨੇ, ਅੱਛੀ ਸੋਚ ਹੈ। ਉਸ ਬੰਦੇ ਨੇ ਆਪਣੇ ਆਪ ਨੂੰ ਪੂਰੀ ਦੁਨੀਆ 'ਤੇ ਮੁਸਲਿਮ ਉਮਾ ਦਾ ਲੀਡਰ ਸਾਬਤ ਕੀਤਾ ਕਿ ਮੈਂ ਮੁਸਲਿਮ ਉਮਾ ਦਾ ਲੀਡਰ ਹਾਂ, ਔਰ ਉਹਨੇ ਆਪਣੇ ਕਿਰਦਾਰ ਨਾਲ, ਆਪਣੀ ਜੁਰਤ ਨਾਲ, ਆਪਣੀ ਬਹਾਦਰੀ ਨਾਲ ਸਾਬਤ ਕੀਤਾ, ਔਰ ਸਾਡੀਆਂ ਦੁਆਵਾਂ ਵੀ ਉਹਦੇ ਨਾਲ ਨੇ। ਉਹ ਮੈਨੂੰ PTI ਦਾ ਟਿਕਟ ਨਹੀਂ ਮਿਲ ਸਕਿਆ, ਸਾਡੀ ਜਿਹੜੀ ਮਕਾਮੀ ਕਿਆਦਤ ਸੀ, ਜਿਹੜੇ ਸਾਡੇ ਸਾਊਥ ਪੰਜਾਬ ਦੇ ਸਦਰ ਸਨ ਖਾਕ ਵਾਨੀ ਸਾਹਿਬ, ਅੱਲਾਹ ਤਾਲਾ ਨੂੰ ਸਿਹਤ ਦੇ, ਜ਼ਿੰਦਗੀ ਦੇ, ਉਹਨਾਂ ਨੂੰ ਮੈਂ ਬਾਵਰ ਕਰਾਇਆ ਸੀ ਕਿ ਮੈਨੂੰ ਟਿਕਟ ਦੇ ਦਿਓ, ਮੈਂ ਦੇਖਣ ਨੂੰ ਤੁਹਾਨੂੰ ਆਮ ਇੱਕ ਵਰਕਰ ਬੰਦਾ ਲੱਗਣਾ, ਮੈਨੂੰ ਤੁਸੀਂ ਟਿਕਟ ਦੇ ਦਿਓ। ਮੈਂ ਫਖਰ ਨਾਲ ਇਹ ਗੱਲ ਕਹਿਣਾ, ਤੁਹਾਨੂੰ ਮੈਂ ਤਹਿਰੀਰ ਤੌਰ 'ਤੇ ਲਿਖ ਕੇ ਦੇ ਦੇਣਾ ਕਿ ਖਲੀਲ ਬਾਜਵਾ ਪੂਰੇ ਪੰਜਾਬ 'ਚ ਵਾਹਦ MP ਹੋਏਗਾ ਜਿਹੜਾ 75-80 ਹਜ਼ਾਰ ਵੋਟ ਲੈ ਕੇ MP ਬਣੇਗਾ। ਮੇਰੇ ਨਾਲ ਜ਼ਿਆਦਤੀ ਨਾ ਕਰੋ, ਮੇਰਾ ਹੱਕ ਬਣਦਾ। ਮੈਂ ਪਾਰਟੀ ਵਾਸਤੇ ਬਹੁਤ ਕੁਝ ਕੀਤਾ, ਸਾਡੀਆਂ ਅੱਜ ਵੀ ਵਫਾਦਾਰੀਆਂ, ਸਾਡੀਆਂ ਮੁਹੱਬਤਾਂ, ਸਾਡੀਆਂ ਕੋਸ਼ਿਸ਼ਾਂ ਇਸ ਪਾਰਟੀ ਦੇ ਨਾਲ ਨੇ। ਅਸੀਂ ਇਮਰਾਨ ਖਾਨ ਵਾਸਤੇ, PTI ਵਾਸਤੇ ਦੁਆ ਗੋ ਹਾਂ ਕਿ ਅੱਲਾਹ ਤਾਲਾ ਹੋਰ ਮਜ਼ਬੂਤ ਕਰੇ ਇਮਰਾਨ ਖਾਨ ਨੂੰ, ਹੋਰ ਮਜ਼ਬੂਤ ਕਰੇ ਇਸ ਜਮਾਤ ਨੂੰ, ਤਾਂ ਕਿ ਮੁਲਕ ਜਿਹੜਾ ਸਹੀ ਸਿਮਤ 'ਤੇ ਚੱਲੇ। ਅੱਛਾ ਬਾਜਵਾ ਸਾਹਿਬ, ਅੱਗੇ ਤੁਸੀਂ ਇਲੈਕਸ਼ਨ ਜਿਹੜਾ ਕੰਟੈਸਟ ਕਰ ਚੁੱਕੇ ਹੋ, ਉਮੀਦਵਾਰ, ਆਜ਼ਾਦ ਉਮੀਦਵਾਰ ਸੀ। ਹਾਂਜੀ। ਇਸ ਵਾਰ ਤੁਹਾਨੂੰ ਕੀ ਲੱਗਦਾ, ਤੁਹਾਨੂੰ ਟਿਕਟ ਦਿੱਤੀ ਜਾਣੀ ਹੈ? ਦੇਖੋ ਜੀ, ਮੇਰਾ ਰਾਈਟ ਸੀ, ਮੇਰੇ ਨਾਲ ਜ਼ਿਆਦਤੀ ਹੋਈ, ਮੈਨੂੰ ਟਿਕਟ ਨਾ ਦਿੱਤਾ ਗਿਆ। ਮੈਂ ਸਾਬਤ ਕੀਤਾ, ਮੈਂ ਇਲੈਕਸ਼ਨ ਲੜ ਕੇ ਸਾਬਤ ਕੀਤਾ ਕਿ ਮੇਰਾ ਰਾਈਟ ਸੀ। ਹੁਣ ਵੀ ਮੈਂ ਆਪਣੀ ਕਿਆਦਤ ਨੂੰ ਬਾਵਰ ਕਰਾਵਾਂਗਾ ਕਿ ਮੇਰਾ ਹੀ ਰਾਈਟ ਹੈ, ਮੇਰੇ ਨਾਲ ਮਿਹਰਬਾਨੀ ਕਰੋ। ਲੇਕਿਨ ਦੁਨੀਆਦਾਰੀ ਦੇ ਹਿਸਾਬ ਨਾਲ ਵੀ ਦੇਖਿਆ ਜੇ, ਇੱਕ ਬਾਪ ਦੇ 3-4 ਬੇਟੇ ਹੋਣ, ਅਗਰ ਕਿਸੇ ਬੇਟੇ ਨਾਲ ਜ਼ਿਆਦਤੀ ਕਰੇ ਤਾਂ ਉਹ ਹੀ ਬੇਟਾ ਬਾਪ ਦਾ ਦੁਸ਼ਮਣ ਬਣ ਜਾਂਦਾ। ਅਗਰ ਮੇਰੇ ਨਾਲ ਪਾਰਟੀ ਜ਼ਿਆਦਤੀ ਕਰੇਗੀ ਫਿਰ ਮੈਂ ਆਪਣਾ ਫੈਸਲਾ ਕਰਾਂਗਾ, ਮੈਂ ਇਲੈਕਸ਼ਨ ਨਹੀਂ ਮਿਸ ਕਰਨਾ, ਮੈਂ ਇਲੈਕਸ਼ਨ ਲੜਾਂਗਾ। ਮੇਰੀ ਸਿਆਸੀ ਸਰਵਾਈਵਲ ਹੀ ਇਸ ਗੱਲ 'ਚ ਕਿ ਮੈਂ ਇਲੈਕਸ਼ਨ ਲੜਾਂ। ਬਿਲਕੁਲ। ਅਗਰ ਮੈਂ ਜਨਰਲ ਇਲੈਕਸ਼ਨ ਨਾ ਲੜਦਾ, ਮੈਂ ਚੂँਕਿ ਆਮ ਆਦਮੀ ਹਾਂ, ਮੈਂ ਵਰਕਰ ਆਦਮੀ, ਮੇਰਾ ਸਿਆਸੀ ਤੌਰ 'ਤੇ ਵਜੂਦ ਖਤਮ ਹੋ ਜਾਣਾ ਸੀ। ਔਰ ਮੈਂ ਸਾਬਤ ਕੀਤਾ ਕਿ ਇਨਸ਼ਾ ਅੱਲਾਹ ਤਾਲਾ ਇਸ ਹਲਕੇ ਦੀ ਆਵਾਮ ਮੇਰੇ ਨਾਲ ਮੁਹੱਬਤ ਕਰਦੀ ਹੈ, ਔਰ ਮੈਨੂੰ ਇਹ ਸਿਆਸਤ ਕਰਨੀ ਚਾਹੀਦੀ ਹੈ, ਔਰ ਅੱਲਾਹ ਦੀ ਰਜ਼ਾ ਵਾਸਤੇ ਕਰਨੀ ਚਾਹੀਦੀ ਹੈ, ਇਨਸਾਨੀਅਤ ਦੀ ਖਿਦਮਤ ਵਾਸਤੇ ਕਰਨੀ ਚਾਹੀਦੀ ਹੈ। ਮੇਰਾ ਜ਼ਮੀਰ ਮੁਤਮਿਨ ਹੈ, ਮੈਂ ਮੁਤਮਿਨ ਹਾਂ। ਇਨਸ਼ਾ ਅੱਲਾਹ ਤਾਲਾ ਮੈਂ ਬਹੁਤ ਸਾਰੇ ਲੋਕਾਂ ਦੇ ਫਾਇਦੇ ਕੀਤੇ ਨੇ, ਮੈਂ ਸਬਬ ਬਣਿਆ ਫਾਇਦੇ ਕਰਨ ਦਾ, ਕਰਨ ਵਾਲੀ ਤਾਂ ਅੱਲਾਹ ਤਾਲਾ ਦੀ ਜ਼ਾਤ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਵੀ ਬੰਦਾ ਮੇਰੇ ਕੋਲ ਆਇਆ, ਭਾਵੇਂ ਦਿਨ ਆਇਆ, ਭਾਵੇਂ ਰਾਤ ਆਇਆ, ਭਾਵੇਂ ਜਿਸ ਵੇਲੇ ਵੀ ਆਇਆ, ਮੈਂ ਕਦੀ ਕਿਸੇ ਬੰਦੇ ਨੂੰ ਇਨਕਾਰ ਨਹੀਂ ਕੀਤਾ। ਮੈਂ ਬੰਦੇ ਦੇ ਨਾਲ ਵੀ ਜਾਣਾ, ਕੋਸ਼ਿਸ਼ ਵੀ करना और खलूस ना करना कि मेरा तो काम होना चाहिए। अच्छा बाजवा साहब, यहाँ हासिलपुर की आवाम जो आपके पास आते हैं मसाइल के लिए, ख़ास तौर पर कौन से मसाइल लेकर आते हैं? मसाइल ਜਿਹੜੇ ਨੇ, ਮਸਾਇਲ ਤੇ ਲੋਕਾਂ ਦੇ ਬੇਸ਼ੁਮਾਰ ਨੇ, ਲੇਕਿਨ ਜਾਇਜ਼ ਕੰਮ ਜਿਹੜਾ ਹੁੰਦਾ ਹੈ, ਮੈਂ ਤਾਂ ਕਿਸੇ ਦਾ ਛੋਟਾ ਮੋਟਾ ਮਸਲਾ ਹੋਇਆ, ਹੁਣ ਜਿਹੜੇ ਹਾਲਾਤ ਨੇ, ਇਸ ਹਾਲਾਤ ਦੇ ਵਿੱਚ ਮੈਂ ਕੋਈ ਬੰਦਾ ਬੜਾ ਜੁਰਮ ਕਰਦਾ, ਕੋਈ ਬੰਦਾ ਕਿਸੇ ਨਾਲ ਜ਼ਿਆਦਤੀ ਕਰਦਾ, ਜ਼ੁਲਮ ਕਰਦਾ, ਡਕੈਤੀ ਕਰਦਾ, ਕਤਲ ਕਰਦਾ, ਹੋਰ ਕੋਈ ਮਾਮਲਾ ਕਰਦਾ, ਅਸੀਂ ਤਾਂ ਉਹਨੂੰ ਫੇਵਰ ਨਹੀਂ ਦੇ ਸਕਦੇ, ਨਾ ਦੇਣੀ ਚਾਹੀਦੀ ਹੈ। ਛੋਟੇ ਮੋਟੇ ਮਸਲੇ ਹੁੰਦੇ ਨੇ ਕਿਸੇ ਬੰਦੇ ਦੇ, ਉਹ ਹੁੰਦੇ ਨੇ, ਲੋਕ ਅਸੀਂ ਮੈਂ ਤਾਂ ਕੋਸ਼ਿਸ਼ ਕਰਨੇ, ਅੱਲਾਹ ਤਾਲਾ ਜ਼ਾਤ ਦੀ ਰਹਿਮਤ ਵੀ ਹੁੰਦੀ ਹੈ, ਉਹ ਮਸਲਾ ਵੀ ਹੱਲ ਹੋ ਜਾਂਦਾ। ਬਾਕੀ ਮਸਲੇ ਮਸਾਇਲ ਲੋਕਾਂ ਦੇ ਛੋਟੇ ਛੋਟੇ ਪ੍ਰੋਬਲਮ, ਐਡਾ ਸਾਡਾ ਇਲਾਕਾ ਅੱਛਾ, ਸਕੂਨ ਇੱਥੇ, ਮੈਂ ਤਾਂ ਕੋਈ ਐਸੀ ਗੱਲ ਨਹੀਂ ਵੀ ਇੱਥੇ ਬਹੁਤ ਸਾਰੇ ਲੋਕਾਂ ਦੇ ਮਸਾਇਲ ਨੇ। ਜਿਹੜੇ ਤਰੱਕੀਆਤੀ ਕੰਮ ਨੇ, ਇਸ ਹਵਾਲੇ ਨਾਲ ਮੈਂ ਤਾਂ ਗੌਰਮੈਂਟ ਜਿਹੜੀ ਹੈ ਉਹਨੂੰ ਐਸੇ ਪ੍ਰੋਬਲਮ ਆਏ ਨੇ ਕਿ ਗੌਰਮੈਂਟ ਹਾਲੇ ਤੱਕ ਇਸ ਪਾਸੇ ਸੋਚ ਹੀ ਨਹੀਂ ਸਕੀ ਕਿ ਲੋਕਾਂ ਵਾਸਤੇ ਕੋਈ ਆਸਾਨੀਆਂ ਪੈਦਾ ਕਰੇ, ਕਿਉਂਕਿ ਗੌਰਮੈਂਟ ਦੇ ਹਾਲਾਤ, ਜਾਣ ਵਾਲੀਆਂ ਹਕੂਮਤਾਂ, ਨੂੰ ਲੀਗ, ਪੀਪਲਜ਼ ਪਾਰਟੀ, ਉਹਨਾਂ ਇੰਨੇ ਬੁਰੇ ਹਾਲਾਤ ਕੀਤੇ ਨੇ ਇਸ ਮੁਲਕ ਦੇ ਕਿ ਜਿਹੜਾ ਕੁਫਰੀਆਂ ਕਰ ਗਏ ਨੇ। ਇਮਰਾਨ ਖਾਨ ਤੇ ਜਿਸ ਦਿਨ ਦਾ ਆਇਆ ਵਿਚਾਰਾ, ਉਹ ਬਹਿਰਾਨਾਂ ਦਾ ਸ਼ਿਕਾਰ ਹੈ। ਅੱਲਾਹ ਤਾਲਾ ਨੂੰ ਜ਼ਿੰਦਗੀ ਦੇ, ਇਸ ਮੁਲਕ ਦੇ ਮਸਾਇਲ ਜਿਹੜੇ ਨੂੰ ਹੱਲ ਕਰੇ, ਉਹਨੂੰ ਲੰਮੀ ਤੌਫੀਕ ਦੇ, ਇਹ ਬਹਿਰਾਨ ਵੀ ਹੱਲ ਹੋਣ। ਅੱਛਾ ਬਾਜਵਾ ਸਾਹਿਬ, ਬਹਾਵਲਪੁਰ ਸੂਬੇ ਦੀ ਗੱਲ ਚੀਮਾ ਸਾਹਿਬ ਕਰਦੇ ਨੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸੂਬੇ ਦੇ ਵੱਲੋਂ ਤੁਹਾਡਾ ਪੁਆਇੰਟ ਆਫ ਵਿਊ ਕੀ ਹੈ? ਚੀਮਾ ਸਾਹਿਬ ਨੇ ਆਪਣਾ ਮੌਕਫ ਬੜਾ ਇਸ ਮਾਮਲੇ 'ਚ ਤਗੜਾ ਰੱਖਿਆ, ਔਰ ਬੜੀ ਉਹਨਾਂ ਕੋਸ਼ਿਸ਼ ਕੀਤੀ ਹੈ। ਅਸੈਂਬਲੀ ਫੋਰਮ 'ਤੇ ਵੀ ਉਹਨਾਂ ਤਕਰੀਰ ਕੀਤੀ ਹੈ, ਉਹਨਾਂ ਇਮਰਾਨ ਖਾਨ ਸਾਹਿਬ ਨਾਲ ਵੀ ਗੱਲ ਕੀਤੀ ਹੈ। ਉਹ ਆਪਣੇ ਮੌਕਫ 'ਤੇ ਅੱਜ ਵੀ ਕਾਇਮ ਨੇ, ਉਹ ਕੋਸ਼ਿਸ਼ ਕਰ ਰਹੇ ਨੇ। ਇਹ ਬੁਨਿਆਦੀ ਹੱਕ ਸੀ ਬਹਾਵਲਪੁਰ ਦਾ, ਰਿਆਸਤ ਦਾ ਬਣਨਾ ਚਾਹੀਦਾ। ਜੋ ਚੀਮਾ ਸਾਹਿਬ ਦਾ ਮੌਕਫ ਹੈ ਬਿਲਕੁਲ ਦਰੁਸਤ ਹੈ, ਸਾਨੂੰ ਉਹਦੀ ਤਈਦ ਕਰਨੀ ਚਾਹੀਦੀ ਹੈ, ਬਿਲਕੁਲ ਉਹਦਾ ਤਾਬਨ ਕਰਨਾ ਚਾਹੀਦਾ। ਅੱਛਾ ਬਾਜਵਾ ਸਾਹਿਬ,
سننے والوں کو، دیکھنے والوں کو اور حاصل پور کی عوام کو آخر میں آپ کیا میسج دیں گے؟ میں یہی میسج دیا گا کہ سب تو پہلے سارے دوستوں کے، سارے بھائیوں کے، سارے بزرگوں کے گزارش ہے کہ ہر بندہ اپنی صلاح کرے، اپنے آپ کو سیدھے رستے تے لے کے آئے، اپنی سوچ ٹھیک کرے، اپنے اخلاق ٹھیک کرے، اللہ دی مخلوق نہ پیار کرے، لوکاں دے واسطے آسانیاں پیدا کرے، لوکاں دی خدمت کرے، لوکاں واسطے آسانیاں پیدا کرے۔ اللہ تعالیٰ دی ذات میں عمل بڑا پسند ہے۔ تسی اپنے آپ پہلا مکمل انسان بناؤ، اور ہر بندے نے کوشش کرنی چاہیے انفرادی طور تے ہر بندہ اصلاح کر لے تو اللہ تعالیٰ دی ذات دی رحمت ہو جائے گی، انشاءاللہ ساڈا معاشرہ ٹھیک ہو جائے گا۔ ہاں جی جی چودھری خلیل احمد باجوہ صاحب، بہت شکریہ کہ آپ نے مجھے قیمتی وقت دیا۔ جی ناظرین، آپ نے پروگرام سنا، اسی کے ساتھ اپنے میزبان احمد محمود کو اجازت دیجیے۔ اللہ حافظ، اللہ نگہبان، پاکستان زندہ باد۔